Hello student, this is Jagdeep Singh. So today we will discuss about the second lesson of the ninth class. Plants also breathe and feel. ਜਿਹੜੇ ਪੌਦੇ ਨੇ ਉਹ ਵੀ ਸਾਹ ਲੈ ਸਕਦੇ ਨੇ ਤੇ ਉਹ ਵੀ ਮਹਿਸੂਸ ਕਰ ਸਕਦੇ ਨੇ. All of us know that plants have life, but how many of us know that they have hearts, can feel and see? ਆਪਣੇ ਜੋ ਸਭ ਜਾਣਦੇ ਨੇ ਕਿ ਜਿਹੜੇ ਪੌਦੇ ਉਹਨਾਂ ਦੀ ਵੀ ਜ਼ਿੰਦਗੀ ਹੁੰਦੀ ਹੈ. ਮੀਨਸ ਉਹ ਵੀ ਪਹਿਲਾਂ ਉਹਨਾਂ ਨੂੰ ਆਪਾਂ ਲਗਾਉਂਦੇ ਹਾਂ, ਫਿਰ ਉਹ ਵੱਡੇ ਹੁੰਦੇ ਨੇ, ਫਿਰ ਦਰਖਤ ਬਣਦੇ ਨੇ ਅਤੇ ਕਿਸੇ ਟਾਈਮ ਬਾਅਦ ਉਹ ਡਿੱਗ ਜਾਂਦੇ ਨੇ ਜਾਂ ਉਹਨਾਂ ਨੂੰ ਵੱਢ ਦਿੱਤਾ ਜਾਂਦਾ. ਪਰ ਆਪਣੇ 'ਚੋਂ ਕੌਣ ਜਾਣਦਾ ਹੈ ਕਿ ਉਹ ਵੀ ਉਹਨਾਂ ਕੋਲ ਵੀ ਦਿਲ ਹੁੰਦਾ, ਉਹ ਵੀ ਫੀਲ ਕਰ ਸਕਦੇ ਨੇ, ਮਹਿਸੂਸ ਕਰ ਸਕਦੇ ਅਤੇ ਉਹ ਵੀ ਦੇਖ ਸਕਦੇ ਨੇ. ਦਿਸ ਐਕਸਟ੍ਰੈਕਟ ਟੈਲਸ ਅਸ ਸਮਥਿੰਗ ਅਬਾਊਟ ਦਾ ਸਾਇੰਟਿਸਟ ਹੂ ਮੇਡ ਦਿਸ ਡਰਾਮੈਟਿਕ ਡਿਸਕਵਰੀ. ਇਹ ਜਿਹੜਾ ਐਕਸਟ੍ਰੈਕਟ ਹੁੰਦਾ ਕਿ ਜੋ ਕੋਈ ਵੱਡੀ ਕਹਾਣੀ ਹੋਵੇ ਉਹਦੇ ਵਿੱਚ ਇੱਕ ਛੋਟਾ ਜਿਹਾ ਪੋਰਸ਼ਨ ਲੈ ਕੇ ਉਹਦੇ ਬਾਰੇ ਦੱਸਿਆ ਗਿਆ ਹੋਵੇ. ਦੈਟਸ ਕਾਲਡ ਐਕਸਟ੍ਰੈਕਟ. ਇਹ ਆਪਾਂ ਨੂੰ ਦੱਸਦਾ ਹੈ ਕਿ ਇੱਕ ਸਾਇੰਟਿਸਟ ਬਾਰੇ ਦੱਸਦਾ ਜਿਸ ਨੇ ਬਹੁਤ ਹੀ ਮਹਾਨ ਡਿਸਕਵਰੀ ਕੀਤੀ ਸੀ. ਇਟ ਵਾਜ਼ ਐਨ ਇਵੈਂਟ ਦੈਟ ਸਰਪ੍ਰਾਈਜ਼ ਦਾ ਸਾਇੰਸ ਵਰਲਡ. ਇਟ ਵਾਜ਼ ਐਨ ਅਨਡ੍ਰੀਮਡ ਆਫ ਥਿੰਗ. ਇੱਕ ਮਤਲਬ ਇਵੈਂਟ ਸੀ ਜਿਸ ਨੇ ਸਾਇੰਟੀਫਿਕ ਵਿਗਿਆਨਕ ਸੰਸਾਰ ਨੂੰ ਬਦਲ ਕੇ ਰੱਖਤਾ, ਸਰਪ੍ਰਾਈਜ਼ ਕਰਕੇ ਰੱਖਤਾ. ਅਤੇ ਇਹ ਇਸ ਤਰ੍ਹਾਂ ਸੀ ਜਿਵੇਂ ਇੰਪੋਸੀਬਲ ਹੋਵੇ. ਅਨਡ੍ਰੀਮਡ ਹੁੰਦਾ ਇੰਪੋਸੀਬਲ. ਹੇਅਰ ਵਾਜ਼ ਅ ਮੈਨ ਹੂ ਹੈਡ ਬਿਲਟ a unique instrument, an instrument that could measure the growth of plants. ਇਹ ਜੋ ਇਨਸਾਨ ਸੀ ਉਹਨੇ ਇੱਕ ਬਹੁਤ ਹੀ ਅਦਭੁਤ ਇੰਸਟਰੂਮੈਂਟ ਬਣਾਇਆ ਸੀ, ਚੀਜ਼ ਬਣਾਈ ਸੀ, ਜੋ ਇੰਸਟਰੂਮੈਂਟ ਪੌਦਿਆਂ ਦੀ ਗਰੋਥ ਨੂੰ ਕਿ ਉਹ ਕਿਵੇਂ ਵੱਧਦੇ ਨੇ ਉਹਨੂੰ ਮੈਜਰ ਕਰ ਸਕਦਾ ਹੋਵੇ, ਮਾਪ ਸਕਦਾ ਹੋਵੇ. Here was a man who had proved with this wonderful machine that plants have hearts and can feel. ਇੱਕ ਇਨਸਾਨ ਸੀ ਜਿਸ ਨੇ ਇਸ ਅਦਭੁਤ ਮਸ਼ੀਨ ਰਾਹੀਂ ਇਹ ਦੱਸਦਾ ਸੀ, ਇਹ ਪ੍ਰੂਵ ਕਰਦਾ ਸੀ ਕਿ ਜਿਹੜੇ ਪੌਦੇ ਨੇ ਉਹਨਾਂ ਕੋਲ ਵੀ ਦਿਲ ਹੁੰਦਾ ਅਤੇ ਉਹ ਵੀ ਮਹਿਸੂਸ ਕਰ ਸਕਦੇ ਨੇ. ਦਿਸ ਮਸ਼ੀਨ ਸ਼ੋਅਡ ਦੈਟ ਪਲਾਂਟਸ ਹੈਵ ਸਾਈਟ ਐਂਡ ਅ ਸੈਂਸ ਵਿਚ ਟੈਲਸ ਦੈਮ ਦੈਟ ਅ ਸਟ੍ਰੇਂਜਰ ਇਜ਼ ਅਪਰੋਚਿੰਗ. ਇਸ ਮਸ਼ੀਨ ਨਾਲ ਉਸਨੇ ਇਹ ਵੀ ਸ਼ੋਅ ਕਰਤਾ ਸੀ, ਇਹ ਵੀ ਦਿਖਾਤਾ ਸੀ ਕਿ ਪੌਦਿਆਂ ਕੋਲ ਵੀ ਨਿਗਾਹ ਹੁੰਦੀ ਹੈ. ਸਾਈਟ ਹੁੰਦਾ ਨਿਗਾਹ, ਮੀਨਸ ਦੇ ਕੈਨ ਆਲਸੋ ਸੀ, ਕਿ ਉਹ ਵੀ ਦੇਖ ਸਕਦੇ ਨੇ ਅਤੇ ਉਹਨਾਂ ਕੋਲ ਵੀ ਇੱਕ ਸੈਂਸ ਹੁੰਦੀ ਹੈ ਵਿਚ ਟੈਲਸ ਦੈਮ, ਜੋ ਉਹਨਾਂ ਨੂੰ ਦੱਸਦੀ ਹੈ ਕਿ ਕੋਈ ਸਟ੍ਰੇਂਜਰ ਹੈ ਜਿਹੜਾ ਉਹਨਾਂ ਕੋਲ ਆ ਰਿਹਾ, ਉਹਨਾਂ ਕੋਲ ਪਹੁੰਚ ਰਿਹਾ ਹੈ. ਯੂਅਰ ਇੰਸਟਰੂਮੈਂਟ ਇਜ਼ ਅ ਵੰਡਰਫੁਲ ਥਿੰਗ. ਤੁਹਾਡਾ ਜਿਹੜਾ ਇੰਸਟਰੂਮੈਂਟ ਹੈ ਬਹੁਤ ਹੀ ਅਦਭੁਤ ਹੈ. ਸੈਟ ਦਾ ਗ੍ਰੇਟ ਮੈਨ ਹੂ ਹੈਡ ਕਮ ਟੂ ਦਾ ਪੈਰਿਸ ਕਾਂਗਰਸ ਆਫ ਸਾਇੰਸ 1900. ਇੱਥੇ ਪੈਰਿਸ ਕਾਂਗਰਸ ਆਫ ਸਾਇੰਸ ਦਾ ਮਤਲਬ ਹੈ ਜਿਵੇਂ ਆਪਣੇ ਸਾਇੰਸ ਮੇਲੇ ਲੱਗਦੇ ਹੁੰਦੇ ਨੇ. ਇਫ ਯੂ ਸੀ ਲਾਈਕ ਇਨ ਦਾ ਗਵਰਨਮੈਂਟ ਸਕੂਲਸ ਦੇਅਰ ਆਰ ਸਾਇੰਸ ਫੇਅਰਸ, ਉਸ ਤਰ੍ਹਾਂ ਦੇ ਹੁੰਦੇ ਨੇ. ਮੀਨਸ ਉੱਥੇ ਸਿਰਫ ਸਾਇੰਟਿਸਟ ਹੀ ਆਉਂਦੇ ਨੇ ਆਪਣੀ ਡਿਸਕਵਰੀਜ਼ ਨੂੰ ਲੈ ਕੇ, ਆਪਣੀ ਇਨਵੈਂਸ਼ਨਸ ਨੂੰ ਲੈ ਕੇ. ਸੋ ਉੱਥੇ ਦੀ ਗੱਲ ਕਰ ਰਿਹਾ ਹੈ ਜੋ ਪੈਰਿਸ ਦੇ ਵਿੱਚ ਹੋਈ ਸੀ, ਪੈਰਿਸ ਕਾਂਗਰਸ ਆਫ ਸਾਇੰਸ 1900 ਦੇ ਵਿੱਚ. ਜੋ ਹੋਰ ਸਾਇੰਟਿਸਟ ਆਏ ਸੀ ਉਹਨਾਂ ਨੇ ਉਸ ਨੂੰ ਪੁੱਛਿਆ ਕਿ ਤੇਰਾ ਜਿਹੜਾ ਇੰਸਟਰੂਮੈਂਟ ਹੈ ਬਹੁਤ ਹੀ ਵੰਡਰਫੁਲ ਚੀਜ਼ ਹੈ. ਦੇ ਵਰ ਅਮੇਜ਼ਡ ਐਜ਼ ਦ ਇਨਵੈਂਟਰ ਸ਼ੋਅਡ ਦੈਮ ਹਾਊ ਟੂ ਯੂਜ਼ ਦ ਮਸ਼ੀਨ. ਜਿਨ੍ਹਾਂ ਨੇ ਉਸਨੂੰ ਪੁੱਛਿਆ ਸੀ ਉਹ ਹੈਰਾਨ ਹੋ ਗਏ ਜਦੋਂ ਉਸਨੇ ਉਹਨਾਂ ਨੂੰ ਦਿਖਾਇਆ ਕਿ ਉਸਨੂੰ ਆਪਾਂ ਇਸ ਮਸ਼ੀਨ ਨੂੰ ਯੂਜ਼ ਕਿਵੇਂ ਕਰਦੇ ਹਾਂ. ਵਾਟ ਡੂ ਯੂ ਕਾਲ ਦਿਸ ਇੰਸਟਰੂਮੈਂਟ, ਤੁਸੀਂ ਇਸ ਇੰਸਟਰੂਮੈਂਟ ਨੂੰ ਕੀ ਬੁਲਾਉਂਦੇ ਹੋ? ਦੇ ਆਸਕਡ, ਉਹਨਾਂ ਨੇ ਪੁੱਛਿਆ. A crescograph, replied Jagdish Chandra Bose. Jagdish Chandra Bose, he was the greatest scientist of India. He was Bengali, so he was physicist, he was biologist, he was the greatest man of India. So he invented the crescograph, the great scientist who had built this wonderful machine, ਜਿਸਨੇ ਇਹ ਬਹੁਤ ਹੀ ਅਦਭੁਤ ਮਸ਼ੀਨ ਬਣਾਈ ਸੀ. And where was it made? ਤੇ ਇਹ ਕਿੱਥੇ ਬਣਾਈ ਗਈ ਸੀ? The scientist asked. ਜਿਹੜੇ ਦੂਸਰੇ ਸੀ ਉਹਨਾਂ ਨੇ ਫਿਰ ਪੁੱਛਿਆ ਕਿ ਇਹ ਕਿੱਥੇ ਬਣਾਈ ਗਈ ਸੀ? ਇਨ ਇੰਡੀਆ ਵਾਜ਼ ਦਾ ਆਨਸਰ. ਸੋ ਜਗਦੀਸ਼ ਚੰਦਰ ਬੋਸ ਰਿਪਲਾਈਡ ਦੈਟ ਕਿ ਇਹ ਇੰਡੀਆ ਵਿੱਚ ਬਣਾਈ ਗਈ ਸੀ. ਦ ਰਿਪਲਾਈ ਕਾਜ਼ਡ ਗ੍ਰੇਟਰ ਸਰਪ੍ਰਾਈਜ਼. ਜਿਹੜਾ ਉਸਨੇ ਰਿਪਲਾਈ ਕੀਤਾ ਸੀ ਉਹ ਰਿਪਲਾਈ ਨੇ ਜਿਹੜੇ ਦੂਸਰੇ ਸਾਇੰਟਿਸਟ ਸੀ ਉਹਨਾਂ ਨੂੰ ਹੈਰਾਨ ਕਰਕੇ ਰੱਖਤਾ, ਕਿਉਂਕਿ ਇੰਡੀਆ ਦੇ ਵਿੱਚ ਜਿਹੜਾ ਬ੍ਰਿਟਿਸ਼ ਰੂਲ ਸੀ, ਦਿਸ ਸਟੋਰੀ ਵਾਜ਼ ਅਬਾਊਟ 19th century, from 1800 to 1900. 19th century is not about like 1900 to 2000. It is about 1800 to 1900. So at that time there was British rule. So in the British rule ਜਿਹੜੇ ਕੋਈ ਵੀ ਲੋਕ ਸੀ ਉਹਨਾਂ ਦੇ ਦਿਲ ਵਿੱਚ, ਸਪੈਸ਼ਲੀ ਬ੍ਰਿਟਿਸ਼ਰ ਜਾਂ ਹੋਰ ਯੂਰਪ ਦੇ ਕੰਟਰੀਜ਼, ਉਹਨਾਂ ਦੇ ਦਿਲ ਵਿੱਚ ਇੰਡੀਆ ਵਾਸਤੇ ਇੰਨੀ ਮੀਨਸ ਉਹ ਨਹੀਂ ਸੀ ਕਿ ਵੀ ਹਾਂ ਇੱਥੇ ਵੀ ਕੋਈ ਸਾਇੰਟਿਸਟ ਬਣ ਸਕਦਾ. That's why the reply caused greater surprise. India in the 19th century was well known for its greatness in the fields of fine arts, literature and philosophy. ਇਹ ਦੇਖੋ ਹੁਣ ਦੱਸ ਰਿਹਾ ਕਿ ਜਿਹੜੀ 19th century ਹੈ, ਬੇਸਿਕਲੀ 1800 to 1900,
ਜਿਹੜਾ ਇੰਡੀਆ ਸੀ ਉਹਦੀ ਮਹਾਨਤਾ ਕਿਸ ਚੀਜ਼ ਸੀ? ਫਾਈਨ ਆਰਟਸ ਦੇ ਵਿੱਚ, ਲਾਈਕ ਪੇਂਟਿੰਗ, drawing and many other things, literature like writing. Here he is talking about Rabindranath Tagore, and philosophy. Here is also Mahatma Gandhi, Rabindranath Tagore, Swami Vivekanand. So there was no any scientist in the 19th century, but in the field of science it had not progressed much. देखो ये कह रहे हैं कि उस टाइम ਦੇ ਵਿੱਚ इस फील्ड ਦੇ ਵਿੱਚ ਸਾਇੰਟਿਫਿਕ ਫੀਲਡ ਦੇ ਵਿੱਚ ਇੰਡੀਆ ਨੇ ਇੰਨਾ ਕੁਝ ਕੀਤਾ ਨਹੀਂ ਸੀ। ਸਰ ਜਗਜੀਤ ਚੰਦਰ ਬੋਸ with his invention made a name for himself and his country in the scientific world। ਪਰ ਆਪਣੀ ਜਿਹੜੀ ਇਨਵੈਂਸ਼ਨ ਸੀ ਜਗਦੀਸ਼ ਚੰਦਰ ਬੋਸ ਨੇ ਉਹਦੇ ਨਾਲ ਇੰਡੀਆ ਦਾ ਵੀ ਨਾਮ ਚਮਕਾਤਾ ਸੀ ਤੇ ਆਪਣਾ ਵੀ ਨਾਮ ਚਮਕਾਤਾ ਸੀ। ਕਿੱਥੇ? ਸਾਇੰਟਿਫਿਕ ਵਰਲਡ ਦੇ ਵਿੱਚ। ਬੋਸ ਵਾਸ ਬੋਰਨ ਇਨ 1858 in a village in Bengal। ਜਿਹੜਾ ਬੋਸ ਸੀ ਜਗਦੀਸ਼ ਚੰਦਰ ਬੋਸ ਉਹ 1858 ਈਸਵੀ ਵਿੱਚ ਉਹਦਾ ਜਨਮ ਹੋਇਆ ਸੀ। ਕਿੱਥੇ? ਬੰਗਾਲ ਦੇ ਵਿੱਚ। ਆਫਟਰ ਸਟੱਡਿੰਗ ਫਿਜ਼ਿਕਸ ਐਟ ਕੈਲਕਟਾ ਯੂਨੀਵਰਸਿਟੀ ਹੀ ਵੈਂਟ ਟੂ ਇੰਗਲੈਂਡ ਫॉर ਫਰਦਰ ਸਟੱਡੀਜ਼। ਕੈਲਕਟਾ ਯੂਨੀਵਰਸਿਟੀ ਵਿੱਚ ਫਿਜ਼ਿਕਸ ਦੀ ਸਟੱਡੀ ਕਰਨ ਤੋਂ ਬਾਅਦ ਉਹ ਕਿੱਥੇ ਚਲਾ ਗਿਆ? ਇੰਗਲੈਂਡ। ਹੇਅਰ ਕੈਲਕਟਾ ਇਜ਼ ਨਾਊਨ ਐਜ਼ ਕੋਲਕਾਤਾ nowadays। ਸੋ in the 19th century it is known as Calcutta। He graduated from Cambridge ਤੋਂ ਗ੍ਰੈਜੂਏਟ ਹੋਇਆ। Then he returned to India, was appointed professor of physics, presidency college in Calcutta। ਤੇ ਜਦੋਂ ਵਾਪਸ ਇੰਡੀਆ ਵਿੱਚ ਆਇਆ ਉਹ ਪ੍ਰੋਫੈਸਰ ਲੱਗ ਗਿਆ। ਕਿੱਥੇ? presidency college in Calcutta। A 3-year struggle began between Bose and the government in which he was victorious। ਇੱਕ 3 ਸਾਲਾਂ ਦਾ ਸਟਰਗਲ ਚੱਲਿਆ, ਮਤਲਬ ਜਦੋਜਹਿਦ ਚੱਲੀ। ਕਿਸ ਦੇ ਵਿੱਚ? ਗਵਰਨਮੈਂਟ ਦੇ ਵਿੱਚ ਤੇ ਬੋਸ ਦੇ ਵਿੱਚ, ਜਿਸ ਵਿੱਚ ਉਸਨੂੰ ਹੀ ਜਿੱਤ ਪ੍ਰਾਪਤ ਹੋਈ ਸੀ। ਐਨ ਇੰਡੀਅਨ ਇਨ ਦੋਜ਼ ਡੇਜ਼ ਆਫ ਬ੍ਰਿਟਿਸ਼ ਰੂਲ। ਉਹਨਾਂ ਦਿਨਾਂ ਵਿੱਚ ਜੋ ਬ੍ਰਿਟਿਸ਼ ਰੂਲ ਸੀਗਾ ਯੂਜੂਅਲੀ ਰਿਸੀਵ 2/3 ਆਫ ਦਾ ਸੈਲਰੀ ਪੇ ਟੂ ਅ ਯੂਰਪੀਅਨ ਪ੍ਰੋਫੈਸਰ। ਮੀਨਜ਼ ਜੋ ਇੱਕ ਯੂਰਪੀਅਨ ਪ੍ਰੋਫੈਸਰ ਨੂੰ ਸੈਲਰੀ ਮਿਲਦੀ ਸੀ ਉਸ ਦਾ ਸਿਰਫ 2 ਹਿੱਸਾ ਹੀ ਇੱਕ ਇੰਡੀਅਨ ਪ੍ਰੋਫੈਸਰ ਨੂੰ ਮਿਲਦੇ ਸੀ। ਫੋਰ ਐਗਜ਼ਾਮਪਲ ਮੰਨ ਲਓ ਇੱਕ ਯੂਰਪੀਅਨ ਪ੍ਰੋਫੈਸਰ ਨੂੰ 15 ਰੁਪਈਜ਼ ਮਿਲਦੇ ਸੀ ਤਾਂ ਉਹਦਾ ਜਿਹੜਾ 2/3 ਪਾਰਟ ਹੈ ਮੀਨਜ਼ 10 ਰੁਪਏ ਇੱਕ ਇੰਡੀਅਨ ਪ੍ਰੋਫੈਸਰ ਨੂੰ ਮਿਲਦੇ ਸੀ। ਦੈਟਸ ਦਾ ਲੈਗੇਸੀ ਆਫ ਬ੍ਰਿਟਿਸ਼ ਰੂਲ ਐਟ ਦੈਟ ਟਾਈਮ। ਬੋਸ ਵਾਜ਼ ਨਾਟ ਦਾ ਮੈਨ ਟੂ ਟੇਕ ਦਿਸ ਕੁਇਟਲੀ। ਜਿਹੜਾ ਬੋਸ ਸੀ ਉਹ ਇਸ ਨੂੰ ਲਾਈਕ ਚੁੱਪੀ ਤਰ੍ਹਾਂ ਵੀ ਉਹ ਚੁੱਪ ਰਹਿ ਜੂਗਾ, ਇਹ ਚੀਜ਼ਾਂ ਨਾਲ ਨਹੀਂ ਸੀ ਉਹ ਕਿ ਵੀ ਹਾਂ ਚੁੱਪ ਰਹਿਣ ਵਾਲਾ ਇਨਸਾਨ ਸੀ। ਹੀ ਫੈਲਟ ਦੈਟ ਪੀਪਲ ਹੂ ਡਿਡ ਦ ਸੇਮ ਅਮਾਊਂਟ ਐਂਡ ਸੇਮ ਕਾਈਂਡ ਆਫ ਵਰਕ ਸ਼ੁੱਡ ਬੀ ਪੇਡ ਦ ਸੇਮ ਸੈਲਰੀ ਵਟ ਐਵਰ ਰੇਸ ਔਰ ਨੇਸ਼ਨ ਦੇ ਬਿਲੋਂਗ ਟੂ। ਜਿਹੜਾ ਬੋਸ ਸੀ ਉਹ ਚੁੱਪ ਰਹਿਣ ਵਾਲਾ ਇਨਸਾਨ ਨਹੀਂ ਸੀ। ਉਸਨੇ ਮਹਿਸੂਸ ਕੀਤਾ ਕਿ ਜਿਹੜੇ ਲੋਕ ਇੱਕੋ ਜਿਹਾ ਕੰਮ ਕਰਦੇ ਨੇ ਉਹਨਾਂ ਨੂੰ ਇੱਕੋ ਜਿਹੀ ਹੀ ਪੈਸਾ ਮਿਲਣਾ ਚਾਹੀਦਾ ਹੈ, ਭਾਵੇਂ ਕਿ ਉਹ ਕਿਸੇ ਰੇਸ ਦੇ ਹੋਣ, ਮੀਨਜ਼ ਚਾਹੇ ਕਾਲੇ ਹੋਣ ਚਾਹੇ ਗੋਰੇ ਹੋਣ ਜਾਂ ਉਹ ਇੰਡੀਅਨ ਹੋਣ ਜਾਂ ਉਹ ਇੰਗਲਿਸ਼ ਹੋਣ, ਪਰ ਉਹਨਾਂ ਨੂੰ ਸੇਮ ਕਾਈਂਡ ਆਫ ਸੈਲਰੀ ਮਿਲਣੀ ਹੀ ਚਾਹੀਦੀ ਹੈ। ਇਟ ਇਜ਼ ਵਰਥ ਰਿਮੈਂਬਰਿੰਗ ਦੈਟ ਡਿਸਕਵਰੀਜ਼ ਡੂ ਨਾਟ ਕਮ ਫਰੋਮ ਦ ਫੇਥਫੁਲ ਫੋਲੋਅਰਸ ਐਂਡ ਦ ਜਸਟ ਮੈਨ ਆਫ ਸਾਇੰਸ। ਇਹ ਹਮੇਸ਼ਾ ਹੀ ਦੇਖਿਆ ਗਿਆ, ਦਿਸ ਇਜ਼ ਅ ਸੇਇੰਗ। ਇਹ ਗੱਲ ਕਰ ਰਿਹਾ ਕਿ ਇਹ ਹਮੇਸ਼ਾ ਹੀ ਦੇਖਿਆ ਗਿਆ ਜਿਹੜੀ ਡਿਸਕਵਰੀਜ਼ ਨੇ, ਜਿਹੜੀਆਂ ਖੋਜਾਂ ਹੁੰਦੀਆਂ ਨੇ ਉਹ ਕਦੇ ਵੀ ਉਹਨਾਂ ਕੋਲ ਨਹੀਂ ਆਉਂਦੀਆਂ ਜਿਹੜੇ ਫੋਲੋਅਰਸ ਹੁੰਦੇ ਨੇ। ਹੇਅਰ ਆਈ ਐਮ ਟਾਕਿੰਗ ਅਬਾਊਟ ਦਾ ਚਮਚੇ, ਜੇ ਆਪਾਂ ਕਹੀਏ ਕਿ ਜਿਹੜੇ ਹਮੇਸ਼ਾ ਕਿਸੇ ਦੇ ਨੀਚੇ ਰਹਿ ਕੇ ਹੀ ਕੰਮ ਕਰਦੇ ਨੇ, ਡਿਸਕਵਰੀਜ਼ ਉਹ ਨਹੀਂ ਕਰ ਸਕਦੇ ਤੇ ਉਹ ਨਹੀਂ ਕਰ ਸਕਦੇ ਜੋ ਕਿਸੇ ਦੀ ਹਾਂ 'ਚ ਹਾਂ ਮਿਲਾਉਂਦੇ ਨੇ। ਦੇ ਕਮ ਫਰੋਮ ਦਾ ਡਾਊਟਰਸ ਐਂਡ ਰੈਵਲਸ। ਉਹ ਹਮੇਸ਼ਾ ਉਹਨਾਂ ਇਨਸਾਨ ਤੋਂ ਹੁੰਦੇ ਨੇ ਜਿਹੜੇ ਥੋੜ੍ਹੇ ਸ਼ੱਕੀ ਹੋਣ ਤੇ ਰੈਵਲਸ ਹੋਣ ਕਿ ਜੋ ਕਿਸੇ ਦੀ ਨਾ ਮੰਨਦੇ ਹੋਣ। ਬੋਸ ਵਾਜ਼ ਬਾਈ ਨੇਚਰ ਅ ਰੈਵਲ। ਉਹ ਕੌਣ ਸੀਗਾ? ਜੋ ਕਿਸੇ ਦੀ ਮੰਨਦਾ ਨਹੀਂ ਸੀਗਾ। ਹੀ ਰਿਫਿਊਜ਼ ਟੂ ਟੱਚ ਐਨੀ ਪਾਰਟ ਆਫ ਹਿਸ ਸੈਲਰੀ ਫॉर 3 years। ਉਸਨੇ ਆਪਣੀ ਸੈਲਰੀ ਨੂੰ ਕਿਸੇ ਨੂੰ ਵੀ ਹੱਥ ਨਹੀਂ ਲਗਾਉਣ ਦਿੱਤਾ ਜੋ ਉਹਨੂੰ ਪੂਰੀ ਮਿਲਦੀ ਸੀ, ਮੀਨਜ਼ ਉਸਨੇ ਉਸਦਾ ਜੋ ਇੱਕ ਹਿੱਸਾ ਸੀ ਉਹ ਕਿਸੇ ਨੂੰ ਨਹੀਂ ਦਿੱਤਾ। ਇਟ ਵਾਜ਼ ਅ ਕੁਐਸਚਨ ਆਫ ਹਿਸ ਸੈਲਫ ਰਿਸਪੈਕਟ ਐਂਡ ਹੀ ਵਾਜ਼ ਨਾਟ ਰੈਡੀ ਟੂ ਗਿਵ ਅਪ ਹਿਸ ਪ੍ਰਿੰਸੀਪਲਸ। ਇਨ ਦ ਐਂਡ ਵਿਕਟਰੀ ਵਾਜ਼ ਹਿਸ। ਸੋ ਇਹ ਜਿਹੜਾ ਕੁਐਸਚਨ ਸੀ ਇਹਦੀ ਸੈਲਫ ਰਿਸਪੈਕਟ ਦਾ ਕੁਐਸਚਨ ਸੀਗਾ ਤੇ ਉਸਨੇ ਤੇ ਉਹ ਇਸ ਨੂੰ ਆਪਣੀ ਜਿਹੜੀ ਪ੍ਰਿੰਸੀਪਲ ਸੀ, ਜਿਹੜੇ ਸਿਧਾਂਤ ਹੁੰਦੇ ਨੇ ਆਪਣੀ ਜ਼ਿੰਦਗੀ ਜਿਉਣ ਦੇ, ਉਹ ਉਹਨਾਂ ਨੂੰ ਛੱਡਣ ਨੂੰ ਤਿਆਰ ਨਹੀਂ ਸੀਗਾ। ਸੋ ਅੰਤ ਵਿੱਚ ਜਿੱਤ ਕਿਸ ਦੀ ਹੋਈ? ਬੋਸ ਦੀ।